ਹੁਣ ਤੁਸੀਂ ਇਹ ਕਹਿੰਦੇ ਹੋ ਵੀ 4 ਸਾਲਾਂ ਵਾਸਤੇ ਉਹਨਾਂ ਨੂੰ ਫਰੰਟ ਲਾਈਨ 'ਤੇ ਭੇਜਿਆ ਜਾਏਗਾ। 4 ਸਾਲ ਦੇ ਬਾਅਦ ਉਹਨਾਂ ਨੂੰ ਕਿਹਾ ਹੋਏਗਾ ਵੀ ਅਸੀਂ ਆਹ ਕਰਾਂਗੇ ਉਹ ਕਰਾਂਗੇ। ਜਿਹੜੀਆਂ ਇਫਸ ਐਂਡ ਬਟਸ ਨੇ ਫਿਊਚਰ ਕਿੰਨੇ ਦੇਖਿਆ? 10-12 ਲੱਖ ਰੁਪਇਆ ਤੁਸੀਂ ਦੇ ਕੇ 4 ਸਾਲ ਦੇ ਬਾਅਦ ਉਹਨੂੰ ਕੱਢ ਦਿਓ ਤੇ ਉਹਨੂੰ ਕਹੋ ਵੀ ਨਾ ਤੈਨੂੰ ਕੋਈ ਹੋਰ ਕੁਝ ਮਿਲਣਾ ਹੈ ਤੇ ਸਾਡੀ ਰਿਸਪੌਂਸਿਬਿਲਿਟੀ ਜਿਹੜੀ ਸੀ ਉਹ ਖਤਮ ਹੋ ਗਈ। ਅਸੀਂ ਤੈਨੂੰ ਟ੍ਰੇਨਿੰਗ ਬਣਾਤੀ ਦੇਤੀ ਹੈ, ਤੈਨੂੰ ਅਸੀਂ ਬੜਾ ਵਧੀਆ ਸੋਲਜਰ ਬਣਾਤਾ, ਹੁਣ ਤੈਨੂੰ ਫਿੱਟ ਕਰ ਦਿੱਤਾ ਵੀ ਜਿੱਥੇ ਜਾਏਗਾ ਉੱਥੇ ਜੌਬ ਮਿਲੇਗੀ। ਜਿਹੜੇ ਮੁਲਕ ਆਪਣੀ ਫੌਜ ਦੀ ਪੈਨਸ਼ਨ ਨਹੀਂ ਦੇ ਸਕਦੇ ਉਹ ਫਿਰ ਜਿਹੜੇ ਨਾ ਆਜ਼ਾਦੀ ਇਸ ਤਰ੍ਹਾਂ ਮਾਨਣ ਦੇ ਜਿਸ ਤਰ੍ਹਾਂ ਅਸੀਂ ਇਸ ਵੇਲੇ ਬਣਾਏ ਉਹ ਹੱਕਦਾਰ ਨਹੀਂ ਹੁੰਦੇ। ਕਿਸੇ ਨੇ ਰੈਜੀਮੈਂਟ ਨੂੰ ਸਮਝਣਾ ਹੋਏ ਕਿਸ ਤਰ੍ਹਾਂ ਇੱਕ ਸੋਲਜਰ ਜਿਹੜਾ ਹੈ ਉਹ ਸਿਰਫ ਪੇ ਕਰਕੇ ਜਾਂ ਪੈਨਸ਼ਨ ਕਰਕੇ ਗੋਲੀ ਨਹੀਂ ਖਾਂਦਾ। ਜਦੋਂ ਅਫਸਰ ਤੇ ਜਵਾਨ ਇੱਕ ਪਾਰਟਿਕੂਲਰ ਯੂਨਿਟ ਦੇ ਨਾਲ 20-20 ਸਾਲ 15-15 ਸਾਲ ਜੁੜੇ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਉਹਦੇ ਨਾਲ ਪਿਆਰ ਮੁਹੱਬਤ ਤੇ ਉਹਦੀ ਇੱਜ਼ਤ ਵਾਸਤੇ ਜੋ ਕੁਝ ਜਜ਼ਬਾ ਆ ਜਾਂਦਾ ਹੈ ਉਹ 4 ਸਾਲ ਦੇ ਵਿੱਚ ਤੁਸੀਂ ਉਹ ਜਜ਼ਬਾ ਨਹੀਂ ਲਿਆ ਸਕਦੇ ਇੱਕ ਸੋਲਜਰ ਦੇ ਵਿੱਚ। 4 ਸਾਲ 'ਚੋਂ ਇਫੈਕਟਿਵ ਕੰਮ ਉਹ ਕਰੇਗਾ ਸਿਰਫ 2-2.5 ਸਾਲ। 1 ਸਾਲ ਉਹਦੀ ਛੁੱਟੀ ਦਾ ਕੱਢ ਲਓ। ਆਪਣੇ ਦੇਸ਼ ਦੇ ਉੱਤੇ ਮਰ ਮਿਟਣ ਦਾ ਜਜ਼ਬਾ ਹੋਏ ਉਹ 4 ਸਾਲਾਂ 'ਚ ਤਿਆਰ ਨਹੀਂ ਹੁੰਦਾ। ਇਸੀ ਜਦੋਂ ਅਸੀਂ ਦੂਜੇ ਮੁਲਕਾਂ ਦੀਆਂ ਗੱਲਾਂ ਕਰਨੇ ਆ ਵੀ ਰਸ਼ੀਆ 'ਚ ਹੁੰਦਾ ਹੈ ਤੇ ਫਲਾਣੇ ਕੰਟਰੀ 'ਚ ਹੁੰਦਾ ਤੇ ਅਮਰੀਕਾ ਦਾ ਤੁਸੀਂ ਫਿਰ ਵੀਅਤਨਾਮ ਦਾ ਹਾਲ ਵੀ ਤੇ ਦੇਖਿਆ ਨਾ। ਨਸ਼ਿਆਂ ਵਿਰੁੱਧ ਔਨ 에ਅਰ ਦੀ ਖਾਸ ਮੁਹਿੰਮ ਪੰਜਾਬ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕ੍ਰਿਕਟ ਟੂਰਨਾਮੈਂਟ 23, 24, 25 ਤੇ 26 ਜੂਨ ਨੂੰ ਕਾਰਪਸ ਕਲੱਬ ਪੁਲਿਸ ਲਾਈਨ ਬਠਿੰਡਾ ਦੇ ਵਿਖੇ ਪਿੰਡਗੀਆਂ ਵੱਡੀਆਂ ਕ੍ਰਿਕਟ ਟੀਮਾਂ ਜਿਨ੍ਹਾਂ ਦੇ ਵਿੱਚ ਸ਼ਾਮਿਲ ਨੇ ਪਟਿਆਲਾ ਰਾਇਲਸ, ਬ੍ਰੈਵੋ ਬਠਿੰਡਾ, ਅੰਮ੍ਰਿਤਸਰ ਐਸਟਰਾ, ਜਲੰਧਰ ਜੈਵਲਸ, ਮੋਹਾਲੀ ਮਾਰਵਲਸ, ਲੁਧਿਆਣਾ ਲਾਇਨਸ, ਚੰਡੀਗੜ੍ਹ ਚੈਂਪਸ ਤੇ ਮਾਈਟੀ ਮੁਕਤਸਰ। ਫਾਈਨਲ ਮੈਚ ਵਾਲੀ ਸ਼ਾਮ ਪਹੁੰਚਣਗੇ ਬਾਲੀਵੁੱਡ ਦੇ ਗਾਇਕ ਕਮਲ ਖਾਨ। ਸਾਰਿਆਂ ਨੂੰ ਖੁੱਲ੍ਹਾ ਸੱਦਾ, ਆਓ ਤੇ ਚੌਕੇ ਛੱਕਿਆਂ ਦੇ ਨਾਲ ਆਨੰਦ ਮਾਣੋ ਕਮਲ ਖਾਨ ਦੀ ਕਮਾਲ ਦੀ ਗਾਇਕੀ ਦਾ। ਆਓ ਬਣਾਈਏ ਨਸ਼ਾ ਮੁਕਤ ਪੰਜਾਬ, ਇੱਕ ਸੁਨਹਿਰੀ ਭਵਿੱਖ ਦੇ ਵੱਲ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਔਨ 에ਅਰ ਤੇ ਮੈਂ ਹਾਂ ਧਰੂਪਦੀਪ ਸਿੰਘ। ਗੱਲ ਕਰੀਏ ਦੇਸ਼ ਵਿੱਚ ਅਗਨੀਪਥ ਸਕੀਮ ਨੂੰ ਲੈ ਕੇ ਪੂਰਾ ਹੜਕੰਪ ਮਚਿਆ ਹੋਇਆ ਹੈ। ਗੱਲ ਕਰੀਏ ਹਰ ਥਾਂ ਤੇ ਪੂਰੀ ਕਈ ਥਾਂ ਤੇ ਕਨਫਲਿਕਟ ਹੋ ਰਿਹਾ, ਲੜਾਈਆਂ ਹੋ ਰਹੀਆਂ ਇਸ ਸਕੀਮ ਨੂੰ ਲੈ ਕੇ। ਇਸ ਸਭ ਮੁੱਦੇ ਨੂੰ ਸਮਝਣ ਵਾਸਤੇ ਔਰ ਗੱਲਬਾਤ ਕਰਦੇ ਸਾਡੇ ਨਾਲ ਕਰਨਲ DS ਚੀਮਾ ਜੁੜ ਚੁੱਕੇ ਨੇ। ਗੱਲਬਾਤ ਕਰਦੇ ਪਹਿਲਾਂ ਸਵਾਗਤ ਕਰਦੇ ਹਾਂ ਸਰ, ਤੁਹਾਡਾ ਸਵਾਗਤ ਹੈ ਤੋਂ ਪਹਿਲਾਂ ਸਾਡੇ ਚੈਨਲ। ਥੈਂਕ ਯੂ ਜੀ, ਥੈਂਕ ਯੂ ਸਰ। ਜਿਹੜੀ ਇਹ ਸਕੀਮ ਗਵਰਨਮੈਂਟ ਨੇ ਕੱਢੀ ਹੈ, ਕਹਿ ਰਹੀ ਹੈ ਕਿ ਬਹੁਤ ਵਧੀਆ ਹੈ, ਇਸ ਸਭ ਨੂੰ ਤੁਸੀਂ ਅਗਨੀਪਥ ਨੂੰ ਕਿਵੇਂ ਦੇਖਦੇ ਹੋ ਸਰ ਤੁਹਾਡੀ ਨਜ਼ਰੀਏ ਨਾਲ? ਦੇਖੋ ਧਰੂਪਦੀਪ ਜੀ, ਅਗਨੀਦੀਪ ਜਿਹੜੀ ਹੈ ਇਹਦੇ ਉੱਤੇ 2 ਸਾਲ ਤੋਂ ਕੰਮ ਚੱਲ ਰਿਹਾ ਹੈ ਔਰ ਜਦੋਂ ਕੰਮ ਚੱਲ ਰਿਹਾ ਸੀ ਉਦੋਂ ਵੀ ਬੜਾ ਕ੍ਰਿਟਿਸਿਜ਼ਮ ਹੋਇਆ ਸੀ ਔਰ ਸਾਰੇ ਵੈਟਰਨਸ ਨੇ ਜਿਹੜੇ ਸਰਵਿਸਿਜ਼ ਹੁੰਦੇ ਨਾ ਉਹ ਚੀਫ ਹੋਣ ਜਾਂ ਦੂਸਰੇ ਆਫਸਰਸ ਹੋਣ, ਸਰਵਿੰਗ ਆਫਸਰਸ, ਉਹਨਾਂ ਦੇ ਹੱਥ ਬੰਨੇ ਹੁੰਦੇ ਨੇ, ਉਹ ਕ੍ਰਿਟਿਸਾਈਜ਼ ਨਹੀਂ ਕਰ ਸਕਦੇ। ਪਰ ਪਿਛਲੇ 2 ਸਾਲ ਤੋਂ ਇੰਨਾ ਜ਼ਿਆਦਾ ਕ੍ਰਿਟਿਸਿਜ਼ਮ ਹੋਇਆ ਵੈਟਰਨਸ ਵੱਲੋਂ, ਰਿਟਾਇਰਡ ਆਫਸਰਸ ਵੱਲੋਂ, ਕਿਉਂਕਿ ਉਹ ਜਾਣਦੇ ਨੇ ਵੀ ਇਹਦੇ ਪਿੱਛੇ ਮਤਲਬ ਕੀ ਹੈ। ਹੁਣ ਤੁਸੀਂ ਇਹ ਗੱਲ ਸਮਝੋ ਕਿ ਗਵਰਨਮੈਂਟ ਦੀ ਇਹ ਜਿਹੜੀ ਹੈ ਨਾ ਕੋਸ਼ਿਸ਼ ਕਿ ਪੈਨਸ਼ਨ ਬਿੱਲ ਨੂੰ ਰਿਡਿਊਸ ਕੀਤਾ ਜਾਏ, ਪਹਿਲਾ ਮਤਲਬ ਇਹ ਹੈ। ਤੇ ਦੂਜੀ ਜਿਹੜੀ ਗਵਰਨਮੈਂਟ ਕਹਿੰਦੀ ਹੈ ਉਹ ਹੈ ਕਿ ਇਹਨਾਂ ਦਾ ਜਿਹੜਾ ਨਾ ਏਜ ਪ੍ਰੋਫਾਈਲ ਉਹ ਘੱਟ ਕਰਨੀ ਹੈ। ਇਸ ਵੇਲੇ ਤਕਰੀਬਨ 32 ਸਾਲ ਕਹਿੰਦੇ ਨੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਨੇ ਵੀ 26 ਸਾਲ ਕਰਨਾ ਹੈ। ਏਜ ਪ੍ਰੋਫਾਈਲ ਘੱਟ ਕਰਨ ਵਾਲੀ ਗੱਲ ਜਿਹੜੀ ਹੈ ਉਹ ਸਮਝ ਆਉਂਦੀ ਹੈ, ਅੱਛਾ ਆਈਡੀਆ ਹੈ, ਪਰ ਉਹਦਾ ਤਰੀਕਾ ਇਹ ਨਹੀਂ ਸੀ। ਦੂਜਾ ਜਿਹੜਾ ਪੈਨਸ਼ਨ ਬਿੱਲ ਨੂੰ ਘੱਟ ਕਰਨ ਦੀ ਸੋਚ ਹੈ ਉਹ ਮੇਰਾ ਖਿਆਲ ਹੈ ਬਿਲਕੁਲ ਡਿਫੈਕਟਿਵ ਤੇ ਗਲਤ ਹੈ, ਕਿਉਂਕਿ ਤੁਸੀਂ ਪੈਨਸ਼ਨ ਬਿੱਲ ਨੂੰ ਘੱਟ ਕਰਨ ਵਾਸਤੇ ਤੁਸੀਂ ਰੈਜੀਮੈਂਟੇਸ਼ਨ ਜਾਂ ਜਿਹੜੇ ਇਹਨੇ ਟਰਾਈਡ ਆਊਟ ਟੈਸਟਡ ਸਿਸਟਮ ਨੇ ਆਰਮਡ ਫੋਰਸਿਸ ਦੇ ਉਹਨਾਂ ਦੇ ਨਾਲ ਖਿਡਵਾੜ ਨਹੀਂ ਕਰ ਸਕਦੇ। ਮੈਂ ਸਮਝਦਾ ਕਿ ਜੇ ਕਿਸੇ ਨੇ ਰੈਜੀਮੈਂਟ ਨੂੰ ਸਮਝਣਾ ਹੋਏ ਕਿਸ ਤਰ੍ਹਾਂ ਇੱਕ ਸੋਲਜਰ ਜਿਹੜਾ ਹੈ ਉਹ ਸਿਰਫ ਪੇ ਕਰਕੇ ਜਾਂ ਪੈਨਸ਼ਨ ਕਰਕੇ ਗੋਲੀ ਨਹੀਂ ਖਾਂਦਾ, ਉਹਦੇ ਵਿੱਚ ਆਪਣੀ ਯੂਨਿਟ ਵਾਸਤੇ ਜਿਹਨੂੰ ਅਸੀਂ ਨਾਮ ਨਮਕ ਤੇ ਨਿਸ਼ਾਨ ਕਹਿੰਦੇ ਹਾਂ ਵੀ ਨਾਮ ਆਪਣੀ ਯੂਨਿਟ ਦਾ, ਨਮਕ ਜਿਹੜਾ ਆਪਣੇ ਦੇਸ਼ ਦਾ ਤੇ ਨਿਸ਼ਾਨ ਜਿਹੜਾ ਝੰਡਾ ਜਾਂ ਆਪਣੇ ਯੂਨਿਟ ਦੀ, ਆਪਣੀ ਯੂਨਿਟ ਦੀ ਇੱਜ਼ਤ ਵਾਸਤੇ ਉਹ ਸੋਲਜਰ ਜਿਹੜਾ ਕੁਝ ਵੀ ਕਰ ਸਕਦਾ ਹੈ। ਉਹ ਯੂਨਿਟ ਦੀ ਇੱਜ਼ਤ ਕਮਾਉਣ ਵਾਸਤੇ, ਯੂਨਿਟ ਦੇ ਨਾਲ ਜੁੜਨ ਵਾਸਤੇ। ਇਨਫੈਂਟਰੀ ਬਟਾਲੀਅਨ 'ਚ ਕੀ ਹੁੰਦਾ ਹੈ
ਕਿ ਇੱਕ ਸੋਲਜਰ ਜਿਹੜਾ ਉਹ ਸਿਪਾਹੀ ਰਿਟਾਇਰ ਹੁੰਦਾ ਹੈ ਤੇ ਉਹ ਉੱਥੇ ਹੀ ਸੂਬੇਦਾਰ ਜਾਂ ਸੂਬੇਦਾਰ ਮੇਜਰ ਜਾਂ ਜੋ ਕੁਛ ਉਹਨੇ ਬਣਨਾ ਹੁੰਦਾ ਬਣ ਕੇ ਉੱਥੋਂ ਹੀ ਰਿਟਾਇਰ ਹੁੰਦਾ ਹੈ। ਉਹਦੀ ਐਸੋਸੀਏਸ਼ਨ ਜਿਹੜੇ ਨਵੇਂ ਜਵਾਨ ਆ ਰਹੇ ਨੇ ਉਹਨਾਂ ਨਾਲ ਇੰਨੀ ਕਲੋਜ਼ ਐਸੋਸੀਏਸ਼ਨ ਹੁੰਦੀ ਹੈ। ਔਰ ਜਿਹੜੇ ਆਫਿਸਰਸ ਨੇ, ਆਫਿਸਰਸ ਵੀ ਜਿਹੜੇ ਨਾ, ਉਹ ਹੈ ਸੈਕੰਡ ਲੈਫਟੀਨੈਂਟ ਭਰਤੀ ਹੋਇਆ ਤੇ ਉਹਦੇ ਵਾਸਤੇ ਸਾਰਿਆਂ ਨਾਲੋਂ ਵੱਡਾ ਫਖਰ ਦੀ ਗੱਲ ਇਹ ਹੁੰਦੀ ਹੈ ਕਿ ਉਹ ਉਸੇ ਹੀ ਬਟਾਲੀਅਨ ਨੂੰ ਕਮਾਂਡ ਕਰੇ। ਇਸ ਕਰਕੇ ਆਫਿਸਰ ਜਿਹੜਾ ਹੈ ਲੈਫਟੀਨੈਂਟ, ਕੈਪਟਨ, ਮੇਜਰ, ਲੈਫਟੀਨੈਂਟ ਕਰਨਲ ਜਦੋਂ ਤੱਕ ਉਹ ਕਮਾਂਡ ਨਹੀਂ ਕਰ ਲੈਂਦਾ ਉਹ ਵੀ ਉਸੇ ਯੂਨਿਟ ਦੇ ਨਾਲ ਜੁੜਿਆ ਹੁੰਦਾ ਹੈ। ਹੁਣ ਜਦੋਂ ਆਫਿਸਰ ਤੇ ਜਵਾਨ ਇੱਕ ਪਰਟੀਕੂਲਰ ਯੂਨਿਟ ਦੇ ਨਾਲ 20-20 ਸਾਲ 15-15 ਸਾਲ ਜੁੜੇ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਉਹਦੇ ਨਾਲ ਪਿਆਰ ਮੁਹੱਬਤ ਤੇ ਉਹਦੀ ਇੱਜ਼ਤ ਵਾਸਤੇ ਜੋ ਕੁਝ ਜਜ਼ਬਾ ਆ ਜਾਂਦਾ ਹੈ ਉਹ 4 ਸਾਲ ਦੇ ਵਿੱਚ ਤੁਸੀਂ ਉਹ ਜਜ਼ਬਾ ਨਹੀਂ ਲਿਆ ਸਕਦੇ ਇੱਕ ਸੋਲਜਰ ਦੇ ਵਿੱਚ। 4 ਸਾਲ 'ਚੋਂ ਇਫੈਕਟਿਵ ਕੰਮ ਉਹ ਕਰੇਗਾ ਸਿਰਫ 2-2.5 ਸਾਲ। 1 ਸਾਲ ਉਹਦੀ ਛੁੱਟੀ ਦਾ ਕੱਢ ਲਓ, ਬਾਕੀ ਹੋਰ ਇੱਧਰ ਉੱਧਰ ਟ੍ਰੇਨਿੰਗ ਦਾ ਕੱਢ ਲਓ। ਟ੍ਰੇਨਿੰਗ ਵੀ ਗਵਰਨਮੈਂਟ ਨੇ ਕਿਹਾ 6 ਮਹੀਨੇ, ਜਿਹੜੀ ਮੈਂ ਸਮਝਣਾ ਘੱਟ ਹੈ ਨਾ। 6 ਮਹੀਨੇ ਦੇ ਵਿੱਚ ਟ੍ਰੇਨਿੰਗ ਕਰਕੇ ਇੱਕ ਸੋਲਜਰ ਨੂੰ ਇੱਕ ਅੱਛਾ ਵਧੀਆ ਸੋਲਜਰ ਜਿਹੜਾ ਜਿਹਦਾ ਮੋਰਲ ਜਿਹੜਾ ਹਾਈ ਰਹੇ ਹਮੇਸ਼ਾ ਔਰ ਜਿਹਦੀ ਮੋਰਲ ਸਟਰੈਂਥ ਉਹਦੇ ਕੋਲ ਇੰਨੀ ਕੁ ਹੋਏ, ਆਪਣੇ ਦੇਸ਼ ਦੇ ਉੱਤੇ ਮਰ ਮਿਟਣ ਦਾ ਜਜ਼ਬਾ ਹੋਏ, ਉਹ 4 ਸਾਲਾਂ 'ਚ ਤਿਆਰ ਨਹੀਂ ਹੁੰਦਾ। ਇਸੀ ਜਦੋਂ ਅਸੀਂ ਦੂਜੇ ਮੁਲਕਾਂ ਦੀਆਂ ਗੱਲਾਂ ਕਰਨੇ ਆ ਵੀ ਰਸ਼ੀਆ 'ਚ ਹੁੰਦਾ ਤੇ ਫਲਾਣੇ ਕੰਟਰੀ 'ਚ ਹੁੰਦਾ ਤੇ ਅਮਰੀਕਾ ਦਾ ਤੁਸੀਂ ਫਿਰ ਵੀਅਤਨਾਮ ਦਾ ਹਾਲ ਵੀ ਤੇ ਦੇਖਿਆ ਨਾ, ਰਸ਼ੀਆ ਦਾ ਯੂਕਰੇਨ ਵਿੱਚ ਜਿਹਦਾ ਹਾਲ ਦੇਖ ਰਹੇ ਹੋ ਨਾ ਕੀ ਹੋ ਰਿਹਾ। ਇਜ਼ਰਾਈਲ ਦੀ ਵੀ ਗੱਲ ਕਰਦੇ ਨੇ। ਦੇਖੋ ਉੱਥੇ ਇੱਕ ਚੀਜ਼ ਹੋਰ ਹੈ ਕਿ ਉੱਥੇ ਜਿਹੜਾ ਨੇਸ਼ਨ ਬਿਲਡਿੰਗ ਦੀ ਸਪਿਰਿਟ ਹੈ ਨਾ ਆਮ ਆਦਮੀ 'ਚ, ਉਹ ਇੰਨੀ ਤਗੜੀ ਹੈ। ਔਰ ਉੱਥੇ ਜਿਹੜਾ ਲਵ ਫॉर ਦੀ ਨੇਸ਼ਨ, ਔਰ ਦੂਜਾ ਸਾਰਿਆਂ ਨਾਲੋਂ ਵੱਡਾ ਮੁੱਦਾ ਉੱਥੇ ਰੋਟੀ ਕਮਾਉਣ ਦਾ ਇਸ਼ੂ ਨਹੀਂ ਹੈ। ਇੰਡੀਆ ਦੀ ਇੰਨੀ ਵੱਡੀ ਆਬਾਦੀ ਹੈ ਔਰ ਇੰਨੇ ਇਸੀ ਤੁਹਾਨੂੰ ਹੈਰਾਨੀ ਹੋਏਗੀ ਇਹ ਜਾਣ ਕੇ ਕਿ ਤਕਰੀਬਨ 65% ਹਿੰਦੁਸਤਾਨ ਦਾ ਆਦਮੀ ਜਿਹੜਾ ਹੈ ਉਹ 35 ਸਾਲ ਤੋਂ ਉਮਰ ਤੋਂ ਘੱਟ ਹੈ। 50% 25 ਸਾਲ ਦੀ ਉਮਰ ਤੋਂ ਘੱਟ ਹੈ। 50% ਦਾ ਮਤਲਬ ਤੁਹਾਡੇ ਕੋਲ 65 ਕਰੋੜ 70 ਕਰੋੜ ਬੱਚੇ ਜਿਹੜੇ ਨੇ ਉਹ 25 ਈਅਰ ਦੀ ਉਮਰ ਤੋਂ ਘੱਟ ਨੇ। ਔਰ ਇੰਨਾ ਲਾਰਜ ਔਰ ਹਿਊਜ ਪਾਪੂਲੇਸ਼ਨ ਹੈ, ਉਹਨਾਂ ਦੀ ਅਨਐਮਪਲਾਇਮੈਂਟ ਬਹੁਤ ਵੱਡਾ ਇਸ਼ੂ ਹੈ। ਔਰ ਇਹ ਜਵਾਨ ਜਿਹੜਾ ਬਣਨਾ ਚਾਹੁੰਦੇ ਨੇ, ਜਿਹੜਾ ਫੌਜ ਦੇ ਵਿੱਚ ਜਾਣਾ ਚਾਹੁੰਦੇ ਨੇ, ਉਹ ਸਾਰੇ ਇਸ ਕਰਕੇ ਜਾਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਗਾਰੰਟੀ ਹੈ ਕਿ ਚਲੋ ਬਈ ਸਿਕਿਉਰਡ ਲਾਈਫ, ਔਰ ਉਹ ਜਾਨ ਦੇਣ ਨੂੰ ਤਿਆਰ ਨੇ। ਹੁਣ ਤੁਸੀਂ ਇਹ ਕਹਿੰਦੇ ਹੋ ਵੀ 4 ਸਾਲਾਂ ਵਾਸਤੇ ਉਹਨਾਂ ਨੂੰ ਫਰੰਟ ਲਾਈਨ 'ਤੇ ਭੇਜਿਆ ਜਾਏਗਾ, 4 ਸਾਲ ਦੇ ਬਾਅਦ ਉਹਨਾਂ ਨੂੰ ਕਿਹਾ ਹੋਏਗਾ ਵੀ ਅਸੀਂ ਆਹ ਕਰਾਂਗੇ ਉਹ ਕਰਾਂਗੇ। ਜਿਹੜੀਆਂ ਇਫਸ ਐਂਡ ਬਟਸ ਨੇ, ਫਿਊਚਰ ਕਿੰਨੇ ਦੇਖਿਆ, ਫਿਊਚਰ ਵਿੱਚ ਕਿਹੜੀ ਗਵਰਨਮੈਂਟ ਆਉਂਦੀ ਹੈ, ਕੀ ਉਹਨਾਂ ਦੀ ਸੋਚ ਹੁੰਦੀ ਹੈ, ਕਿਵੇਂ ਉਹ ਇਸ ਚੀਜ਼ ਨੂੰ ਬਦਲਦੇ ਨੇ ਜਾਂ ਸਮਝਦੇ ਨੇ। ਇਸ ਕਰਕੇ ਉਸ ਚੀਜ਼ ਨਾਲ ਮੈਂ ਸਹਿਮਤ ਨਹੀਂ। ਜਿਹੜੀ ਏਜ ਪ੍ਰੋਫਾਈਲ ਹੈ ਆਰਮੀ ਦੀ ਘੱਟ ਹੋਣੀ ਚਾਹੀਦੀ ਹੈ, ਉਹ ਮੈਂ ਬਿਲਕੁਲ ਉਸ ਚੀਜ਼ ਨਾਲ ਐਗਰੀ ਕਰਨਾ, ਹੋਣੀ ਚਾਹੀਦੀ ਹੈ। ਪਰ ਜਿਹੜੇ ਮੁਲਕ ਆਪਣੀ ਫੌਜ ਦੀ ਪੈਨਸ਼ਨ ਨਹੀਂ ਦੇ ਸਕਦੇ, ਉਹ ਫਿਰ ਜਿਹੜੇ ਨਾ ਆਜ਼ਾਦੀ ਇਸ ਤਰ੍ਹਾਂ ਮਾਨਣ ਦੇ ਜਿਸ ਤਰ੍ਹਾਂ ਅਸੀਂ ਇਸ ਵੇਲੇ ਬਣਾਏ, ਉਹ ਹੱਕਦਾਰ ਨਹੀਂ ਹੁੰਦੇ। ਇਸ ਕਰਕੇ ਪੈਨਸ਼ਨ ਐਡਾ ਵੱਡਾ ਮੁੱਦਾ ਨਹੀਂ ਬਣਨਾ ਚਾਹੀਦਾ। ਜੇ ਬਣਦਾ ਹੈ ਤੇ ਫਿਰ ਜਿਹੜੇ 3.5 ਲੱਖ ਸਿਵਲੀਅਨ ਨੇ, ਡਿਫੈਂਸ ਸਟਾਫ ਜਿਹੜਾ, ਉਹਨਾਂ ਦੀਆਂ ਪੈਨਸ਼ਨਾਂ ਫੌਜੀ ਨਾਲੋਂ ਸਾਡੇ ਜਵਾਨ ਨਾਲੋਂ ਕਿਧਰੇ ਜ਼ਿਆਦਾ ਨੇ। ਔਰ ਇਹ ਸਾਰਾ ਕੰਮ ਜਿਹੜਾ ਨਾ ਬੇਸਿਕਲੀ ਇਨਫੈਂਟਰੀ ਵਾਸਤੇ ਹੋ ਰਿਹਾ ਹੈ। ਔਰ ਮੈਂ ਸਮਝਣਾ ਆਫਿਸਰਸ ਨੂੰ ਤੇ ਐਪਲੀਕੇਬਲ ਨਹੀਂ, ਪਰ ਜਵਾਨ ਜਿਹੜਾ ਹੈ ਇਸ ਵੇਲੇ ਵੀ ਤਾਂ ਉਹ ਜਿਹੜਾ 30-32 ਸਾਲ ਦੇ ਜਿਹੜਾ ਬਾਹਰ ਆ ਕੇ ਉਹ ਵਿਚਾਰਾ ਧੱਕੇ ਖਾਂਦਾ, ਕਿਧਰੇ ਕੋਈ ਸਿਕਿਉਰਿਟੀ ਗਾਰਡ ਲੱਗਾ, ਕਿਧਰੇ ਕੁਛ। ਸੋ ਇਹ ਸਾਰਿਆਂ ਨੇ ਦੇਖਿਆ ਵੀ ਉਹਦੀ ਲਾਈਫ ਕੀ ਹੈ। ਪੈਨਸ਼ਨ ਤਾਂ ਮਿਨੀਮਮ ਮਿਲਣੀ ਚਾਹੀਦੀ ਹੈ। 10-12 ਲੱਖ ਰੁਪਇਆ ਤੁਸੀਂ ਦੇ ਕੇ 4 ਸਾਲ ਦੇ ਬਾਅਦ ਉਹਨੂੰ ਕੱਢ ਦਿਓ ਤੇ ਉਹਨੂੰ ਕਹੋ ਵੀ ਨਾ ਤੈਨੂੰ ਕੋਈ ਹੋਰ ਕੁਝ ਮਿਲਣਾ ਹੈ ਤੇ ਸਾਡੀ ਰਿਸਪੌਂਸਿਬਿਲਿਟੀ ਜਿਹੜੀ ਸੀ ਉਹ ਖਤਮ ਹੋ ਗਈ। ਅਸੀਂ ਤੈਨੂੰ ਟ੍ਰੇਨਿੰਗ ਬਣਾਤੀ ਦੇਤੀ ਹੈ, ਤੈਨੂੰ ਅਸੀਂ ਬੜਾ ਵਧੀਆ ਸੋਲਜਰ ਬਣਾਤਾ, ਹੁਣ ਤੈਨੂੰ ਫਿੱਟ ਕਰ ਦਿੱਤਾ ਵੀ ਜਿੱਥੇ ਜਾਏਗਾ ਉੱਥੇ ਜੌਬ ਮਿਲੇਗੀ। ਜਿਹੜੇ ਹਾਲਾਤ ਚੱਲ ਰਹੇ ਨੇ, ਜਿਸ ਤਰ੍ਹਾਂ ਨਾਲ ਅਨਐਮਪਲਾਇਮੈਂਟ ਇਨਕਰੀਜ਼ ਹੋ ਰਹੀ ਹੈ, ਜਿਸ ਤਰੀਕੇ ਨਾਲ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ, ਇਹ ਜਵਾਨ ਜਿਹੜੇ ਨੇ ਯੰਗ ਪੀਪਲ ਬਿਲੋ ਦੀ ਏਜ ਆਫ 25 ਉਹ ਤਾਂ ਵੱਧਦੇ ਜਾ ਰਹੇ ਨੇ 10% 15% ਹਰ ਸਾਲ ਦੇ ਨਾਲ। ਜਦੋਂ ਇੰਨੀ ਵੱਡੀ ਆਬਾਦੀ ਜਿਹੜੇ ਹੋ ਗਈ ਤੇ ਤੁਸੀਂ ਉਹਨਾਂ ਨੂੰ ਚਾਹੁੰਦੇ ਹੋ ਵੀ ਤੁਸੀਂ 4 ਸਾਲ ਬਾਅਦ ਉਹਨਾਂ ਨੂੰ ਇੰਪਲਾਇਮੈਂਟ ਦੇ ਸਕੋਗੇ, ਚਾਹੇ CRPF 'ਚ ਹੋਏ ਜਾਂ ਅਸਾਮ ਰਾਈਫਲ 'ਚ ਹੋਏ, ਕਿਤੇ ਵੀ ਪੋਸੀਬਲ ਹੀ ਨਹੀਂ। ਇਹ ਗੱਲ ਜਿਹੜੀ ਹੈ ਨਾ ਇੰਨੀ ਵੱਡੀ ਤੁਹਾਡੇ ਕੋਲ ਕਿੱਥੇ ਹੈ ਉੱਥੇ ਰਿਕਰੂਟਮੈਂਟ। CRPF 'ਚ ਕਿੰਨੀ ਰਿਕਰੂਟਮੈਂਟ ਕਰ ਲੋਗੇ, ਜਾਂ ਦੂਜੀ BSF 'ਚ ਜਾਂ ਈਵਨ ਅਸਾਮ ਰਾਈਫਲ 'ਚ ਇੰਨੀ ਜ਼ਿਆਦਾ ਰਿਕਰੂਟਮੈਂਟ ਦੇ ਉਹਦੇ 'ਚ ਅਪਰਚੂਨਿਟੀਜ਼ ਨਹੀਂ। ਇਹ ਗੱਲ ਠੀਕ ਹੈ ਜੇ ਸਟੇਟ ਗਵਰਨਮੈਂਟਸ ਚਾਹਣ ਤੇ ਇੰਡਸਟਰੀਅਲ ਸਿਕਿਉਰਿਟੀ ਫੋਰਸਿਸ ਜੇ ਹੋਏ ਉਹ ਜਿਹੀਆਂ ਬਣਾ ਕੇ ਉਹਦੇ ਵਿੱਚ ਇਹਨਾਂ ਸਾਰਿਆਂ ਜਵਾਨਾਂ ਨੂੰ ਕੀਤਾ ਜਾ ਸਕਦਾ ਹੈ। ਪਰ ਇਹੋ ਜਿਹਾ ਪ੍ਰਾਈਵੇਟ ਆਰਗੇਨਾਈਜੇਸ਼ਨ ਕਰਦੀਆਂ ਨਹੀਂ ਹੁੰਦੀਆਂ ਆਮ ਤੌਰ 'ਤੇ। ਪ੍ਰਾਈਵੇਟ ਆਰਗੇਨਾਈਜੇਸ਼ਨ ਗੋ ਓਨਲੀ ਬਾਈ ਦੇਅਰ ਪ੍ਰੋਫਿਟਸ। ਇਸ ਕਰਕੇ ਇੱਕ ਤਾਂ ਉਹ ਇਸ਼ੂ ਮੈਂ ਸਮਝਦਾ ਕਿ ਜਿਹੜਾ ਇਹ ਸਿਸਟਮ ਹੈ ਇਹਨੂੰ ਜਾਂ ਤਾਂ ਇਹ ਘੱਟ ਤੋਂ ਘੱਟ ਤੁਸੀਂ 8-9 ਸਾਲ ਦਾ ਕੁਛ ਉਹ ਰੱਖੋ,
ਮੈਂ ਤਾਂ 10 ਸਾਲ ਕਵਾਂਗਾ ਕਿ 10 ਸਾਲ ਦੇ ਬਾਅਦ ਜਿਵੇਂ ਪਹਿਲਾਂ ਜਿਵੇਂ ਸ਼ਾਰਟ ਸਰਵਿਸ ਕਮਿਸ਼ਨ ਕੱਢਿਆ ਸੀ ਆਫਿਸਰਸ ਵਾਸਤੇ, ਉਸੇ ਤਰ੍ਹਾਂ ਜਵਾਨਾਂ ਵਾਸਤੇ ਤੁਸੀਂ 10 ਸਾਲ ਦਾ ਉਹਨਾਂ ਨੂੰ, ਔਰ 10 ਸਾਲ ਦੇ ਬਾਅਦ ਉਹਨਾਂ ਨੂੰ ਕੋਈ ਸਿਸਟਮ ਬਣਾ ਲਓ, ਕੁਝ ਪੈਨਸ਼ਨ ਜਾਂ ਉਹਨਾਂ ਨੂੰ ਗਾਰੰਟੀ ਦੇ ਦਿਓ ਵੀ 10 ਸਾਲ ਦੀ ਸਰਵਿਸ ਦੇ ਬਾਅਦ ਤੈਨੂੰ ਇਸ ਰੈਂਕ ਦੇ ਉੱਤੇ CRPF 'ਚ ਲੈ ਲਿਆ ਜਾਏਗਾ ਜਾਂ ਇਸ ਰੈਂਕ ਦੇ ਵਿੱਚ ਤੈਨੂੰ BSF 'ਚ ਲੈ ਲਿਆ ਜਾਏਗਾ। ਯੋ ਕੋਈ ਸਿਸਟਮ ਜਿਹਦੇ 'ਚ ਅਗਲੇ ਨੂੰ ਸ਼ਾਂਤੀ ਮਿਲੇ ਕਿ ਹਾਂ ਵੀ ਮੇਰਾ ਫਿਊਚਰ ਜਿਹੜਾ ਹੈ ਉਹ ਖਰਾਬ ਨਹੀਂ ਹੋ ਰਿਹਾ। ਇਸ ਵੇਲੇ ਤਾਂ ਫਿਊਚਰ ਜਿਹੜਾ ਆਮ ਜਿਹੜਾ ਬੱਚਾ ਹੈ, ਅਨਐਮਪਲਾਇਡ ਜਿਹੜਾ ਬੱਚਾ ਹੈ, ਉਹਨੂੰ ਲੱਗਦਾ ਹੈ ਵੀ ਮੈਂ ਤਾਂ ਤਬਾਹ ਹੋ ਗਿਆ, ਵੀ ਇਹਨਾਂ 4 ਸਾਲ ਦੇ ਬਾਅਦ ਆਪਣੀ ਕੋਈ ਰਿਸਪੌਂਸਿਬਿਲਿਟੀ ਨਹੀਂ ਕਿਸੇ ਦੀ, ਉਹਨਾਂ ਨੇ ਕਹਿਣਾ ਸਾਡੇ ਵੱਲੋਂ ਛੁੱਟੀ ਆ, ਜਾਓ ਜੋ ਕਰਨਾ ਕਰ ਲਓ। ਸੋ ਇਹ ਮੈਂ ਸਮਝਣਾ ਗਵਰਨਮੈਂਟ ਨੂੰ ਜਾਂ ਤਾਂ ਇਸ ਚੀਜ਼ ਨੂੰ ਦੁਬਾਰਾ, ਔਰ ਆਈਡੀਅਲ ਤਾਂ ਇਹ ਸੀ ਕਿ ਇਹਦਾ ਇੱਕ ਉਹ ਚਲਾਉਂਦੇ ਕੀ ਉਹਨੂੰ ਕਹੀਦਾ ਹੈ ਪਾਇਲਟ ਸਿਸਟਮ, ਇੱਕ ਪਾਇਲਟ ਤਰੀਕਾ ਥੋੜ੍ਹੇ ਸੋਲਜਰਸ ਨੂੰ ਲੈ ਕੇ 4-5 ਸਾਲ ਵਾਸਤੇ ਚਲਾਉਂਦੇ ਅਤੇ ਉਹ ਪਾਇਲਟ ਸਟੱਡੀ ਦੇ ਡਿਪੈਂਡਿੰਗ ਅਪੋਨ ਇਟਸ ਆਊਟਕਮਸ ਕਿ ਉਹ ਪਾਇਲਟ ਸਟੱਡੀਜ਼ ਕੀ ਚੀਜ਼ਾਂ ਨਜ਼ਰ ਆਈਆਂ ਨੇ, ਉਹਨਾਂ ਨੂੰ ਵੇਖਦੇ ਬਾਅਦ ਉਹਦੇ ਬਾਅਦ ਇਹਨੂੰ ਇੰਪਲੀਮੈਂਟ ਕਰਦੇ। ਜਲਦੀ ਕਾਹਦੀ ਸੀ ਇੰਪਲੀਮੈਂਟ ਕਰਨ ਦੀ, ਇਹਨੂੰ ਐਡੀ ਛੇਤੀ ਇੰਪਲੀਮੈਂਟ ਕਰਨ ਦੀ ਜ਼ਰੂਰਤ ਨਹੀਂ ਸੀ। ਹੁਣ ਗਵਰਨਮੈਂਟ ਦੇਖੋ ਕੁਛ ਨਾ ਕੁਛ ਉਹਦੇ 'ਚ ਮੋਡੀਫਿਕੇਸ਼ਨ, ਕੁਛ ਚੇਂਜਿਸ ਲਿਆ ਕੇ ਤੇ ਜਵਾਨਾਂ ਨੂੰ ਖੁਸ਼ ਕਰਨ ਦੀ, ਬੱਚਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤਰ੍ਹਾਂ ਹੁੰਦਾ ਹੀ ਨਹੀਂ। ਪਹਿਲਾਂ ਸਿਸਟਮ ਨੂੰ ਜਦੋਂ ਕਰਨਾ ਸੀ ਐਪਲੀਕੇਬਲ, ਜਦੋਂ ਉਹਦੇ ਤੋਂ ਪਹਿਲਾਂ ਹੀ ਇਹਨਾਂ ਨੂੰ ਥੋੜ੍ਹਾ ਸੋਚਣਾ ਚਾਹੀਦਾ ਸੀ ਵੀ ਇਹਦਾ ਕੀ ਆ, ਔਰ ਇਹ ਕਿਸੇ ਨੇ ਸੋਚਿਆ ਹੀ ਨਹੀਂ। ਇਹ ਕਿਸੇ ਦੇ ਦਿਮਾਗ 'ਚ ਨਹੀਂ ਆਇਆ ਵੀ ਇਸ ਤਰ੍ਹਾਂ ਦਾ ਰਿਐਕਸ਼ਨ ਹੋਏਗਾ। ਜਦੋਂ ਤੁਸੀਂ ਨੋਟਬੰਦੀ ਕਰਦੇ ਹੋ ਤੁਹਾਨੂੰ ਪਤਾ ਨਹੀਂ ਕੀ ਰਿਐਕਸ਼ਨ ਹੋਏਗਾ, ਜਦੋਂ ਤੁਸੀਂ ਫਾਰਮਰ ਦੇ ਲਾ ਲਿਆਉਂਦੇ ਹੋ ਤੁਹਾਨੂੰ ਪਤਾ ਨਹੀਂ, ਜਦੋਂ GST ਲਾਗੂ ਕਰਦੇ ਹੋ ਤੁਸੀਂ ਉਹਨੂੰ ਮਤਲਬ ਜਲਦੀ ਦੇ ਵਿੱਚ ਹਰ ਚੀਜ਼ ਨੂੰ ਹਰੀਡਲੀ ਕਰ ਦਿੱਤਾ ਜਾਏ। ਸ਼ਾਇਦ ਗਵਰਨਮੈਂਟ ਸਮਝਦੀ ਹੈ ਵੀ 24 ਤੋਂ ਪਹਿਲਾਂ ਇਹ ਕਰ ਲੈਣਾ ਚਾਹੀਦਾ, ਮੈਨੂੰ ਨਹੀਂ ਪਤਾ। ਪਰ ਜੇ ਗਵਰਨਮੈਂਟ ਦੀ ਸੋਚ ਹੈ ਕਿ 24 ਤੋਂ ਪਹਿਲਾਂ ਇਹਨਾਂ ਦੇ ਨਾਲ ਵੋਟਾਂ ਲੈਣ ਦੇ ਵਿੱਚ ਮਦਦ ਮਿਲੇਗੀ ਕੁਛ, ਤੇ ਇਹ ਤਾਂ ਸਗੋਂ ਉਲਟਾ ਹੋ ਜਾਏਗਾ, ਵੋਟਾਂ ਲੈਣ 'ਚ ਮਦਦ ਨਹੀਂ ਮਿਲੇਗੀ। ਇਹ ਗੱਲ ਹੈ ਕਿ ਜੋ ਬੱਚੇ 3-4 ਸਾਲ ਲਗਾਉਣਗੇ ਉਸ ਤੋਂ ਬਾਅਦ ਕਰਨਗੇ ਕੀ? ਸਭ ਤੋਂ ਵੱਡਾ ਸਵਾਲ ਉਹ ਪੈਦਾ ਹੁੰਦਾ ਹੈ ਕਿ ਉਹਨੂੰ ਫਿਰ ਜਾਂ ਤਾਂ ਜੋਬ ਕਿਤੇ ਮਿਲਦੀ ਹੋਵੇ ਜਾਂ ਇਹ ਕਹਿੰਦੇ +2 ਡਿਗਰੀ ਮਿਲ ਜਾਏਗੀ, +2 DMC ਮਿਲ ਜਾਏਗੀ, ਇਹ ਕਿਹਾ ਜਾਂਦਾ ਹੈ। ਪਰ ਇਸ ਤੋਂ ਬਾਅਦ ਕਰਨਗੇ ਕੀ? ਇਹ ਸਵਾਲ ਬੜਾ ਵੱਡਾ ਪੈਦਾ। ਬੇਟਾ ਇਸ ਤਰ੍ਹਾਂ ਹੈ ਕਿ ਇਸ ਐਡੇ ਵੱਡੇ ਮੁਲਕ ਦੇ ਵਿੱਚ ਇੰਨੀ ਜ਼ਿਆਦਾ ਅਨਪਲਾਇਮੈਂਟ ਹੈ ਇਸ ਵੇਲੇ। ਅਸੀਂ ਇੱਕ ਗਰੀਬ ਦੇਸ਼ ਹਾਂ, ਪਹਿਲਾਂ ਤਾਂ ਇਹ ਗੱਲ ਮੰਨਣ ਵਾਲੀ ਹੈ ਕਿ 40% ਆਫ ਦੀ ਪਾਪੂਲੇਸ਼ਨ ਇਜ਼ ਬਿਲੋ ਪਾਵਰਟੀ ਲਾਈਨ। 40% ਦਾ ਮਤਲਬ ਹੈ ਤੁਸੀਂ ਦੇਖ ਲਓ ਵੀ 52 ਕਰੋੜ ਬੰਦਾ ਉਹ ਹੈ ਜਿਹਨੂੰ ਇਹ ਨਹੀਂ ਪਤਾ ਵੀ ਉਹਨੂੰ ਦੁਪਹਿਰ ਨੂੰ ਰੋਟੀ ਮਿਲੇਗੀ, ਰਾਤ ਨੂੰ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ। 50-52 ਕਰੋੜ ਬੰਦਾ ਇਹ ਹੈ। ਅੱਛਾ, ਪਿੰਡਾਂ ਦੇ ਵਿੱਚ ਜਿਹੜੇ ਨੇ ਛੋਟੀਆਂ ਲੈਂਡ ਹੋਲਡਿੰਗਸ UP ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਕਿਉਂ ਹੈ? ਇਸ ਕਰਕੇ ਬਿਹਾਰ ਇਜ਼ ਪੂਰੈਸਟ ਸਟੇਟ, ਸਾਰਿਆਂ ਨਾਲੋਂ ਗਰੀਬੀ ਜ਼ਿਆਦਾ ਬਿਹਾਰ ਦੇ ਵਿੱਚ ਮੰਨੀਏ ਸਾਰਿਆਂ ਨੇ ਵੀ ਉੱਥੇ ਹੈ। UP ਦੇ ਵਿੱਚ ਹੈ। ਪੰਜਾਬ ਦੇ ਵਿੱਚ ਐਡਾ ਵੱਡਾ ਇਲੈਕਸ਼ਨ ਕਿਉਂ ਨਹੀਂ ਹੋਇਆ? ਹਰਿਆਣੇ 'ਚ ਇੱਕ ਅੱਧੀ ਜਗ੍ਹਾ ਹੋਇਆ ਹੈ, ਪਲਵਲ ਦੇ ਵਿੱਚ ਹੋਇਆ, ਹੋਰ ਕਿਤੇ ਐਡਾ ਲੰਮਾ ਜਿਹੜਾ ਇਲੈਕਸ਼ਨ ਕਿਉਂ ਨਹੀਂ ਹੋਇਆ? ਉਹ ਇਸ ਕਰਕੇ ਕਿ ਜਿੰਨੀ ਸਟੇਟ ਗਰੀਬ ਹੈ, ਜਿੱਥੇ ਅਨਐਮਪਲਾਇਮੈਂਟ ਜ਼ਿਆਦਾ ਹੈ, ਜਿੱਥੇ ਅਪਰਚੁਨਿਟੀਜ਼ ਘੱਟ ਨੇ, ਉੱਥੇ ਹੀ ਜ਼ਿਆਦਾ ਜਿਹੜਾ ਬੰਦੇ ਨੂੰ ਤਕਲੀਫ ਹੁੰਦੀ ਹੈ। ਔਰ ਜਿਹੜੇ ਬੱਚੇ ਪਿਛਲੇ 3 ਸਾਲ ਤੋਂ ਵੇਟ ਕਰ ਰਹੇ ਨੇ, ਜਿਨ੍ਹਾਂ ਨੇ ਤਿਆਰੀਆਂ ਕਰਕੇ ਤੁਸੀਂ ਦੇਖਿਆ ਹੋਣਾ ਬਾਡੀ ਬਣਾਉਂਦੇ ਫਿਰਦੇ, ਦੌੜੇ ਭੱਜੇ ਫਿਰਦੇ ਵਿਚਾਰੇ, ਦਿਨ ਰਾਤ ਕੋਸ਼ਿਸ਼ ਕਰ ਰਹੇ ਇਸੇ ਉਮੀਦ ਦੇ ਵਿੱਚ ਵੀ 2022 में ये ਆਏਗਾ, 2022 में ਉਹ ਆਏਗਾ, ਫਿਰ ਹਮ ਸੋਲਜਰ ਬਣ ਜਾਏ। ਉਹਨੂੰ ਇੱਕਦਮ ਤੁਸੀਂ ਕਹਿ ਦਿਓ ਵੀ ਉਹ 2022 ਤਾਂ ਆ ਗਿਆ, ਪਰ ਤੁਹਾਡੇ ਸੁਪਨੇ ਜਿਹੜੇ ਨਾ ਉਹ ਪੂਰੇ ਕਰਨ ਵਾਲੀ ਕੋਈ ਉਹ ਨਹੀਂ ਹੋ ਸਕਦਾ ਜੋ ਤੁਸੀਂ ਚਾਹੁੰਦੇ ਹੋ। ਔਰ ਇੱਕਦਮ ਇਹਨੂੰ ਹੌਲੀ ਜਿਹੜਾ ਨਾ ਸਟੇਟ ਗਵਰਨਮੈਂਟਾਂ ਦੇ ਨਾਲ, ਬਾਕੀ ਹੋਰ ਰਿਟਾਇਰਡ ਆਫਸਰਸ ਦੇ ਨਾਲ, ਉਹਨਾਂ ਸਾਰਿਆਂ ਦੇ ਨਾਲ ਡਿਸਕਸ਼ਨ ਹੋਣੀ ਚਾਹੀਦੀ ਸੀ। ਫਿਰ ਇੱਕ ਪਾਇਲਟ ਪ੍ਰੋਜੈਕਟ ਬਣਾਉਣਾ ਚਾਹੀਦਾ ਸੀ ਗਵਰਨਮੈਂਟ ਨੂੰ। ਜੇ ਹੁਣ ਇਹਨੂੰ ਠੀਕ ਕਰ ਰਿਹਾ ਤੇ ਮੇਰਾ ਖਿਆਲ ਹੈ ਇੱਕੋ ਹੀ ਤਰੀਕਾ ਹੈ, 10 ਸਾਲ ਦੀ ਸਰਵਿਸ ਤੇ ਉਹਦੇ ਬਾਅਦ ਗਰੰਟੀਡ ਐਮਪਲਾਇਮੈਂਟ ਕਿਸੇ ਵੀ ਇੰਡਸਟਰੀ ਵਿੱਚ ਹੋਵੇ, ਕਿਧਰੇ ਵੀ ਪ੍ਰਾਈਵੇਟ ਇੰਡਸਟਰੀ ਦੇ ਨਾਲ ਤੁਸੀਂ ਟਾਈ ਅਪ ਕਰੋ, ਆਪਣੇ ਫੋਰਸਿਸ ਦੇ ਵਿੱਚ ਟਾਈ ਅਪ ਕਰੋ, ਕਿਧਰੇ ਵੀ ਉਹਨਾਂ ਨੂੰ ਦਿਓ, ਪਰ ਉਹਨਾਂ ਨੂੰ 10 ਸਾਲ ਦੇ ਬਾਅਦ ਜਾ ਕੇ ਉਹ ਧੱਕੇ ਖਾਣ ਵਾਲੀ ਸਟੇਜ ਨਾ ਦੇ ਦਿਓ। ਗੱਲ ਹੈ ਕਿ 6 ਮਹੀਨੇ 'ਚ ਇੱਕ ਫੌਜੀ ਤਿਆਰ ਹੋ ਜਾਂਦਾ, ਇਹ ਨਹੀਂ ਹੁੰਦਾ ਹੈਗਾ। ਨਹੀਂ ਹੁੰਦਾ। ਇਹ 6 ਮਹੀਨੇ ਦੀ ਪਹਿਲਾਂ ਤਾਂ ਟ੍ਰੇਨਿੰਗ ਕਾਫੀ ਨਹੀਂ ਹੈ ਸਾਡੇ ਕੋਲ। ਟ੍ਰੇਨਿੰਗ ਅਪਰਚੁਨਿਟੀਜ਼, ਟ੍ਰੇਨਿੰਗ ਐਸਟੈਬਲਿਸ਼ਮੈਂਟਸ ਜਿੱਥੇ ਅਸੀਂ ਟ੍ਰੇਨਿੰਗ ਕਰਨੀ ਹੈ, ਇੰਨੀਆਂ ਟ੍ਰੇਨਿੰਗ ਐਸਟੈਬਲਿਸ਼ਮੈਂਟ ਨਹੀਂ ਹੈ। ਟ੍ਰੇਨਿੰਗ ਵਾਸਤੇ ਇੰਨੀ ਇਕਵਿਪਮੈਂਟ ਜਿੰਨੀ ਚਾਹੀਦੀ ਹੈ ਉਹ ਮੈਨੂੰ ਪਤਾ ਹੈ ਵੀ ਉਹਦੀ ਸ਼ਾਰਟੇਜ ਹੈ। ਔਰ ਤੁਸੀਂ ਟ੍ਰੇਨ ਕਰਕੇ 6 ਮਹੀਨੇ ਦੇ ਵਿੱਚ ਇੱਕ ਸੋਲਜਰ ਜਿਹੜਾ ਨਾ ਜਾਨ ਦੇਣ ਵਾਸਤੇ ਤਿਆਰ ਨਹੀਂ ਹੋ ਜਾਂਦਾ। ਤੁਸੀਂ ਦੇਖੋ ਇਨਫੈਂਟਰੀ ਬਟਾਲੀਅਨ ਦੇ ਵਿੱਚ ਜਦੋਂ ਅਟੈਕ ਕਰਨਾ ਹੁੰਦਾ ਨਾ ਦੁਸ਼ਮਣ ਦੇ ਉੱਤੇ, ਤੇ 100 ਗਜ਼ ਦੇ ਉੱਤੇ ਤਕਰੀਬਨ ਉਹਨੇ ਮਾਈਨਸ ਦੁਸ਼ਮਣ ਨੇ ਬਚਾਈਆਂ ਹੋਈਆਂ,
ਤੁਸੀਂ ਜਦੋਂ ਇੱਕ ਮੇਜਰ ਸਾਹਿਬ ਕੰਪਨੀ ਕਮਾਂਡਰ ਕਹਿੰਦਾ ਜਵਾਨ ਨੂੰ ਵੀ ਮਾਈਨ ਦੇ ਉੱਤੋਂ ਚੱਲ ਕੇ ਤੇ ਅਟੈਕ ਕਰਦੇ, ਤੇ ਉਦੋਂ ਉਹਨੂੰ ਪਤਾ ਹੁੰਦਾ ਜਿਹੜਾ ਜਵਾਨ ਅੱਗੇ ਪੈਰ ਰੱਖਦਾ ਵੀ ਮੈਂ ਮਾਈਨ ਹੇਠਾਂ ਹੈ, ਮੈਂ ਉੱਡ ਗਿਆ, ਪਰ ਉਹਦੇ ਬਾਵਜੂਦ ਜਦੋਂ ਉਹ 'ਚ ਹਿੰਮਤ ਆਉਂਦੀ ਹੈ ਤੇ ਉਹ ਕਹਿੰਦਾ ਉਹ ਕਾਹਦੇ ਵਾਸਤੇ, ਕਿਉਂਕਿ ਮੈਂ ਫਲਾਣੀ ਸਿੱਖ ਦਾ, ਮੈਂ ਫਲਾਣੀ ਰਾਜਪੂਤ ਦਾ, ਮੈਂ ਗ੍ਰੇਨੇਡੀਅਰ ਦਾ, ਮੈਂ ਤੇਰਾ ਕਮਾਊਂ ਦਾ। ਜਦੋਂ ਦਿਮਾਗ 'ਚ ਇਹ ਹੁੰਦੀ ਹੈ ਨਾ ਵੀ ਮੇਰੀ ਕਮਾਊਂ ਰੈਜੀਮੈਂਟ ਦੇ ਉੱਤੇ ਉਹ ਨਾ ਆਏ ਜਾਂ ਮੇਰੀ ਰਾਜ ਰਿਫ ਦੇ ਉੱਤੇ ਕੁਛ ਨਾ ਆਏ, ਉਦੋਂ ਉਹ ਕਹਿੰਦਾ ਕੋਈ ਗੱਲ ਨਹੀਂ, ਜਾਣ ਦੀ ਕੀ ਹੈ। ਔਰ ਜਦੋਂ ਨਾਅਰਾ ਲਗਾਇਆ ਜਾਂਦਾ, ਜਦੋਂ ਵਾਰ ਕਰਾਈ ਜਿਹਨੂੰ ਅਸੀਂ ਕਹਿੰਦੇ ਹਾਂ, ਬੋਲੇ ਸੋ ਨਿਹਾਲ ਸਿੱਖ ਪਲਟਨ ਦੀ ਹੈ, ਦੂਜਿਆਂ ਦੀ ਆਪਣੀ ਆਪਣੀ ਮਾਂ ਦੁਰਗਾ ਦੀ ਹੈ, ਦੂਸਰੀਆਂ ਸਾਰੀਆਂ, ਉਹ ਤਗੜਾ ਰਹੋ ਵੀ ਹੈ ਕਿਸੇ ਦੀ, ਅਸਾਮ ਰੈਜੀਮੈਂਟ ਦੀ, ਉਹ ਜਿਹੜੀਆਂ ਸਾਰੀਆਂ ਨੇ ਨਾ, ਉਹਨਾਂ ਚੀਜ਼ਾਂ ਦੇ ਨਾਲ ਉਹ ਉਹਨੂੰ ਇੰਨਾ ਜੋਸ਼ ਉਹਦੇ ਦਿਲ ਵਿੱਚ ਭਰ ਦਿੰਦੀਆਂ ਕਿ ਉਹ ਕਹਿੰਦਾ ਜਾਨ ਕੀ ਹੈ, ਦੇਸ਼ ਵਾਸਤੇ ਮੈਂ ਕੁਝ ਵੀ ਦੇ ਦਿਆਂਗਾ। ਫੈਮਿਲੀ ਸਿਕਿਉਰਿਟੀ ਵੀ ਹੁੰਦੀ ਹੈ ਤੇ ਮੈਂ ਜਾਣਾ ਹੈ ਤੇ ਪਿੱਛੋਂ ਗਵਰਨਮੈਂਟ ਨੇ ਪਾਲਿਸੀਜ਼ ਬਣਾਈ ਹੋਈ ਹੈ, ਸਿਸਟਮ ਹੈ। ਮੈਨੂੰ ਹੁਣ ਇਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਤੁਸੀਂ ਫਰੰਟ ਲਾਈਨ ਦੇ ਉੱਤੇ ਯੂਜ਼ ਕਰਨਾ ਹੀ ਕਰਨਾ ਹੈ, ਕੋਈ ਚਾਰਾ ਹੀ ਨਹੀਂ, ਆਲ ਆਫ ਦੈਮ ਹੈਵ ਟੂ ਗੋ ਟੂ ਦੀ ਫਰੰਟ ਲਾਈਨਸ। ਇਹ ਜਦੋਂ ਵਿਚਾਰੇ ਜਾਣਗੇ, ਇਹਨਾਂ ਦੀ ਫੈਮਿਲੀ ਕੀ ਕਰਨਗੀ, ਉਹਨਾਂ ਨੂੰ ਪੈਨਸ਼ਨ ਤੁਸੀਂ ਦੇ ਨਹੀਂ ਰਹੇ, ਉਹਨਾਂ ਵਾਸਤੇ ਜਿਹੜੀ ਹੈ ਹਸਪੀਟਲ ਦੀ ਫੈਸਿਲਿਟੀ ਜਾਂ ਦੂਜੀਆਂ ਫੈਸਿਲਿਟੀਜ਼, ਇਹ ਵੀ ਫੈਸਿਲਿਟੀਜ਼ ਨਹੀਂ ਮਿਲ ਰਹੀਆਂ। ਇਸ ਕਰਕੇ ਮੇਰਾ ਖਿਆਲ ਹੈ ਇਹ ਗਵਰਨਮੈਂਟ ਨੂੰ ਇਹਦੇ ਬਾਰੇ ਦੁਬਾਰਾ ਸੋਚਣਾ ਚਾਹੀਦਾ ਹੈ। ਜੀ, ਤੁਹਾਨੂੰ ਸਾਡੇ ਨਾਲ ਗੱਲਬਾਤ ਕੀਤੀ ਸਰ। ਜਿਸ ਤਰੀਕੇ ਨਾਲ ਦੱਸਿਆ ਗਿਆ ਕਿ ਜੋ ਗੱਲਾਂ ਇਸ ਸਕੀਮ ਦੇ ਵਿੱਚ ਕਮੀਆਂ ਨੇ, ਇੱਕ ਜਵਾਨ ਵਾਸਤੇ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ, ਪੈਨਸ਼ਨ ਨੂੰ ਲੈ ਕੇ, ਹੋਰ ਇੱਕ ਲਾਈਫ ਸਿਕਿਉਰਿਟੀ ਬਾਰੇ, ਇੱਕ ਫੈਮਿਲੀ ਬਾਰੇ ਬੜੀ ਚਿੰਤਾ ਹੁੰਦੀਆਂ ਨੇ, ਉਹ ਗੱਲਾਂ ਨਹੀਂ ਰੱਖੀਆਂ ਗਈਆਂ। ਇੱਕ ਬੇਹਦੀ ਬੇਕਾਰ ਚੀਜ਼ ਨੂੰ ਗੱਲ ਕਰੀਏ ਕਿ ਇੱਕ ਇਸ ਸਕੀਮ ਨੂੰ ਹੋਰ ਜ਼ਿਆਦਾ ਇੰਪਰੂਵਮੈਂਟ ਕਰਨੀ, ਤਾਂ ਸਾਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੀਦਾ। ਕੈਮਰਾ ਪਰਸਨ ਸੰਦੀਪ ਦੇ ਨਾਲ ਔਨ 에ਅਰ ਧਰੂਪਦੀਪ ਸਿੰਘ, ਚੰਡੀਗੜ੍ਹ।